ਸਾਰਿਆਂ ਦਾ ਸਾਂਝੇ ਤੌਰ ਦੇ ਉੱਤੇ ਸਵਾਗਤ ਹੈ। ਇਸਤਕਬਾਲ ਹੈ ਗੁਰਬੀਰ ਜੀ। ਮੈਂ ਸ਼ੁਰੂਆਤ ਤੁਹਾਡੇ ਤੋਂ ਕਰਨੀ ਚਾਹੂੰਗਾ। ਜਦੋਂ ਖਿਡਾਰੀ ਖੇਡਦਾ ਮੈਦਾਨ ਦੇ ਵਿੱਚ ਬਹੁਤ ਸਾਰੇ ਉਹਦੇ ਮਨ ਦੇ ਵਿੱਚ ਸੰਸੇ ਹੁੰਦੇ ਆ, ਬਹੁਤ ਸਾਰੇ ਸਵਾਲ ਹੁੰਦੇ ਆ ਔਰ ਡਰ ਵੀ ਹੁੰਦਾ ਹੈ, ਖੌਫ ਵੀ ਹੁੰਦਾ ਹੈ। ਪਿਛਲੇ ਦਿਨਾਂ ਦੇ ਵਿੱਚ ਜਿੱਦਾਂ ਦੀਆਂ ਸੋਸ਼ਲ ਮੀਡੀਆ ਦੇ ਜ਼ਰੀਏ ਵੀਡੀਓਜ਼ ਦੇਖ ਰਹੇ ਹਾਂ, ਅੱਜ ਕੱਲ੍ਹ ਇੱਕ ਤਾਂ ਸਟਰੈਸ ਅਤੇ ਦੂਸਰਾ ਜਿਹੜਾ ਡਿਪਰੈਸ਼ਨ ਬਹੁਤ ਜ਼ਿਆਦਾ ਵੱਧਦਾ ਜਾ ਰਿਹਾ ਹੈ। ਇੱਕ ਡਾਕਟਰ ਹੋਣ ਦੇ ਨਾਤੇ ਖਿਡਾਰੀ ਇਹਨਾਂ ਚੀਜ਼ਾਂ ਤੋਂ ਵਾਂਝਾ ਰਹੇ, ਇਹ ਚੀਜ਼ਾਂ ਦਾ ਸ਼ਿਕਾਰ ਨਾ ਹੋ ਸਕੇ, ਕੀ ਸੁਜੈਸ਼ਨਸ ਨੇ? ਪਹਿਲਾਂ ਤਾਂ ਮੈਂ ਜ਼ੀ ਮੀਡੀਆ ਨੂੰ ਬਹੁਤ ਬਹੁਤ ਵਧਾਈ ਦੇਣਾ ਚਾਹੂੰਗਾ ਕਿ ਉਹਨਾਂ ਨੇ ਖਿਡਾਰੀਆਂ ਲਈ ਇੰਨਾ ਕੁਛ ਕੀਤਾ, ਐਂਡ ਗਵਰਨਮੈਂਟ ਨੂੰ ਵੀ ਇਹ ਵਧਾਈ ਦੇਣਾ ਚਾਹੂੰਗਾ ਕਿ ਉਹਨਾਂ ਨੇ ਜਿਹੜਾ ਇਸ ਵਾਰੀ ਇਹਨਾਂ ਦਾ ਮਤਲਬ ਅੱਛੇ ਜਿਹੜੇ ਮੈਡਲਸ ਲੈ ਕੇ ਆਏ ਓਲੰਪਿਕਸ ਦੇ ਵਿੱਚ। ਅਤੇ ਮੈਂ ਚਾਹੂੰਗਾ ਕਿ ਸਾਰੇ ਦਰਸ਼ਕ ਆਪਾਂ ਇਹਨਾਂ ਲਈ ਹੌਸਲਾ ਅਫਜ਼ਾਈ ਲਈ ਇੱਕ ਵਾਰੀ ਤਾੜੀਆਂ ਨਾਲ ਜ਼ਰੂਰ ਇਹਨਾਂ ਸਾਰੇ ਆਪਣੇ ਜਿੰਨੇ ਹੈਗੇ ਆ ਇਹਨਾਂ ਸਾਰਿਆਂ ਦਾ ਸਵਾਗਤ ਕਰੀਏ। ਔਰ ਇਹ ਗੱਲ ਤੁਹਾਡੀ ਬੜੀ ਸਹੀ ਹੈ ਕਿ ਅੱਜ ਕੱਲ੍ਹ ਜਿੰਨੀਆਂ ਬਿਮਾਰੀਆਂ, ਸਾਰੀਆਂ ਬਿਮਾਰੀਆਂ ਦੇ ਵਿੱਚੋਂ ਫਸਟ ਨੰਬਰ 'ਤੇ ਸਟਰੈਸ ਬਿਮਾਰੀ ਹੈ। ਇਹ ਬਿਮਾਰੀ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਇਹ ਬੜੀਆਂ ਬਿਮਾਰੀਆਂ ਨੂੰ ਆਵਾਜ਼ ਮਾਰ ਦਿੰਦੀ ਹੈ ਆਪਣੇ ਤੋਂ। ਇਹ ਸਭ ਤੋਂ ਵੱਡੀ ਬਿਮਾਰੀ ਹੈ ਔਰ ਮੈਂ ਸਮਝਦਾ ਕਿ ਅਸੀਂ ਚਾਹੇ ਕਿਸੇ ਪੱਖ ਤੋਂ ਦੇਖ ਲਈਏ, ਸਪੋਰਟਸ ਇੱਕ ਬਹੁਤ ਹੀ ਇੱਕ ਵਧੀਆ, ਮੈਂ ਕਹਿੰਦਾ ਸਭ ਤੋਂ ਵਧੀਆ ਤਰੀਕਾ ਹੈ ਆਪਣੇ ਨੂੰ ਸਟਰੈਸ ਤੋਂ ਰਿਲੀਵ ਕਰਨ ਦਾ। ਕਿਉਂਕਿ ਜਦੋਂ ਅਸੀਂ ਆਪਣੀ ਕਿਸੇ ਸਪੋਰਟਸ ਦੇ ਵਿੱਚ, ਅਸੀਂ ਆਪਣੇ ਕਿਸੇ ਜਿਹੜਾ ਸਾਡੀ ਹੌਬੀ ਹੈ ਉਹਦੇ ਵਿੱਚ ਜਦੋਂ ਅਸੀਂ ਅੱਗੇ ਨਿਕਲਣ ਦੀ ਕੋਸ਼ਿਸ਼ ਕਰਦੇ ਹਾਂ, ਸਪੈਸ਼ਲੀ ਜਦੋਂ ਅਸੀਂ ਕੰਪੀਟੀਸ਼ਨ ਦੇ ਵਿੱਚ ਜਾਂਦੇ ਹਾਂ, ਤਾਂ ਸਾਡੇ ਦਿਮਾਗ ਦੀਆਂ ਬਾਕੀ ਸਾਰੀਆਂ ਚੀਜ਼ਾਂ, ਸਾਰੀਆਂ ਟੈਨਸ਼ਨਾਂ ਛੱਡ ਕੇ ਅਸੀਂ ਸਿਰਫ ਇੱਕ ਚੀਜ਼ ਬਾਰੇ ਸੋਚਦੇ, ਤਾਂ ਉਹਦੇ ਨਾਲ ਸਾਡੀ ਸਟਰੈਸ ਬੜੀ ਰਿਲੀਵ ਹੁੰਦੀ ਹੈ। ਤੋ ਇਸੇ ਕਰਕੇ ਇੱਕ ਫਿਜ਼ੀਕਲ ਤੌਰ 'ਤੇ ਵੀ ਅਸੀਂ ਠੀਕ ਰਹਿੰਦੇ ਹਾਂ, ਪਲੱਸ ਸਾਡੀ ਮੈਂਟਲ ਤੌਰ 'ਤੇ ਵੀ ਠੀਕ ਰਹਿੰਦਾ। ਇਸੇ ਕਰਕੇ ਮੈਨੂੰ ਲੱਗਦਾ ਕਿ ਕਈ ਸਾਲ ਪਹਿਲਾਂ ਓਲੰਪਿਕਸ ਦਾ ਅਤੇ ਹੋਰ ਇੱਦਾਂ ਦੇ ਜਿਹੜੇ ਵੱਡੇ ਜਿਹੜੇ ਕੰਪੀਟੀਸ਼ਨ ਹੈ ਉਹਨਾਂ ਦਾ ਆਗਾਜ਼ ਕੀਤਾ ਗਿਆ ਕਿ ਲੋਕਾਂ ਨੂੰ ਇੱਕ ਪ੍ਰੇਰਨਾ ਮਿਲੇ। ਕਿਉਂਕਿ ਇਹ ਜਿੰਨੇ ਸਾਡੇ ਓਲੰਪੀਅਨਸ ਅੱਜ ਮੈਡਲ ਜਿੱਤ ਕੇ ਆਏ ਆ, ਇਹਨਾਂ ਨੇ ਪਤਾ ਨਹੀਂ ਕਿੰਨੇ ਕਰੋੜਾਂ ਲੱਖਾਂ ਇੰਡੀਆ ਦੇ ਬੱਚਿਆਂ ਨੂੰ, ਇੰਡੀਆ ਦੇ ਯੰਗਸਟਰਸ ਨੂੰ ਇੱਕ ਸੇਧ ਦੇਣਗੇ ਕਿ ਅਸੀਂ ਕਿੱਦਾਂ ਸਹੀ ਤਰੀਕੇ ਨਾਲ ਰਹਿਣਾ। ਜਿੱਦਾਂ ਅਸੀਂ ਅੱਜ ਜਾਣਦੇ ਹਾਂ ਕਿ ਅੱਜ ਦੀਆਂ ਜਿੰਨੀਆਂ ਮੇਨ ਪ੍ਰੋਬਲਮਸ ਹੈਗੀਆਂ, ਚਾਹੇ ਉਹ ਸ਼ੂਗਰ ਹੈ, ਚਾਹੇ ਉਹ ਹਾਰਟ ਦੀ ਪ੍ਰੋਬਲਮ ਹੈ, ਸਾਰਿਆਂ ਨੂੰ ਅਸੀਂ ਇੱਕ ਕਲੈਕਟਿਵ ਨਾਮ ਦੇ ਦਿੱਤਾ, ਲਾਈਫ ਸਟਾਈਲ ਡਿਜ਼ੀਜ਼ਸ। ਕਿਉਂ ਅਸੀਂ ਉਹਨਾਂ ਨੂੰ ਲਾਈਫ ਸਟਾਈਲ ਡਿਜ਼ੀਜ਼ਸ ਕਹਿ ਰਹੇ ਹਾਂ? ਅਸੀਂ ਉਹਨਾਂ ਨੂੰ ਲਾਈਫ ਸਟਾਈਲ ਡਿਜ਼ੀਜ਼ ਕਹਿ ਰਹੇ ਕਿਉਂਕਿ ਸਾਡੇ ਜਿਹੜਾ ਇੱਕ ਸੀਡੈਂਟਰੀ ਲਾਈਫ ਸਟਾਈਲ, ਜਿਹਨੂੰ ਅਸੀਂ ਕਹਿ ਦਿੰਦੇ ਕਿ ਜ਼ਿਆਦਾ ਦੌੜ ਭੱਜ ਨਹੀਂ ਕਰਨੀ, ਬੈਠੇ ਰਹਿਣਾ, TV ਦੇਖਣਾ, ਆਪਣਾ ਜਿਹੜੀ ਇੱਕ ਕਸਰਤ ਨਹੀਂ ਕਰਨੀ। ਅੱਜ ਕੱਲ੍ਹ ਆਮ ਹੀ ਦੇਖਿਆ ਜਾਂਦਾ ਕਿ ਰਾਤ ਨੂੰ ਲੇਟ ਸੁੱਤਾ ਜਾਂਦਾ, ਸਵੇਰੇ ਲੇਟ ਉੱਠਿਆ ਜਾਂਦਾ। ਤੋ ਇਹ ਯੰਗਸਟਰ ਦਾ ਇੱਕ ਕਲਚਰ ਬਣ ਗਿਆ। ਉਹਦੇ ਕਰਕੇ ਅਸੀਂ ਅੱਜ ਕੱਲ੍ਹ ਇਹ ਲਾਈਫ ਸਟਾਈਲ ਡਿਜ਼ੀਜ਼ ਦੇ ਵਿੱਚ ਫਸ ਰਹੇ ਹਾਂ। ਤੋ ਮੈਂ ਕਹੂੰਗਾ ਕਿ ਜਿਹੜੀ ਸਟਰੈਸ ਹੈ, ਇਹ ਬਹੁਤ ਇੱਕ ਸਾਡੇ ਲਈ ਸਭ ਤੋਂ ਵੱਡੀ ਪ੍ਰੋਬਲਮ ਹੈ। ਕਿਸੇ ਵੀ ਬਿਮਾਰੀ ਦਾ ਜੜ ਅਸੀਂ ਸਟਰੈਸ ਤੱਕ ਲੈ ਸਕਦੇ, ਚਾਹੇ ਉਹ ਸਾਨੂੰ ਹਾਰਮੋਨਸ ਪ੍ਰੋਬਲਮਸ ਹੋਣ, ਚਾਹੇ ਉਹ ਸਾਨੂੰ ਹਾਰਟ ਦੀਆਂ ਪ੍ਰੋਬਲਮਸ ਹੋਣ, ਚਾਹੇ ਉਹ ਸਾਨੂੰ ਸ਼ੂਗਰ ਦੀ ਪ੍ਰੋਬਲਮ ਹੋਵੇ, ਚਾਹੇ ਸਾਨੂੰ ਥਾਇਰੋਇਡ ਹੋਵੇ। ਇਹ ਸਾਰੀਆਂ ਪ੍ਰੋਬਲਮ ਕਿਤੇ ਨਾ ਕਿਤੇ ਸਟਰੈਸ ਨਾਲ ਜੁੜੀਆਂ ਹੋਈਆਂ। ਆਪਾਂ ਇਹਦੇ ਉੱਤੇ ਵੀ ਚਰਚਾ ਜਾਰੀ ਰੱਖਾਂਗੇ ਕਿਉਂਕਿ ਮਤਲਬ ਇਹ ਤਾਂ ਹੋ ਗਈ ਇੱਕ ਆਮ ਵਿਅਕਤੀ ਦੀ ਗੱਲ ਜਿਹੜਾ ਕਿ ਖੇਡ ਮੈਦਾਨਾਂ ਤੋਂ, ਸਪੋਰਟਸ ਤੋਂ, ਸਟੇਡੀਅਮ ਤੋਂ ਦੂਰ ਹੈਗਾ। ਤੇ ਪਰ ਇਹ ਸਪੋਰਟਸ ਦੇ ਵਿੱਚ ਵੀ ਕਿਵੇਂ ਚੀਜ਼ ਵੜਦੀ ਜਾ ਰਹੀ ਹੈ, ਕਿਵੇਂ ਘਰ ਕਰਦੀ ਜਾ ਰਹੀ ਹੈ, ਜੋ ਅਸੀਂ ਵੀਡੀਓਜ਼ ਦੇਖੇ ਨੇ। ਪਰ ਉਸ ਤੋਂ ਪਹਿਲਾਂ ਮੈਂ ਡਾਕਟਰ ਕੌਸ਼ਲ ਹੋਰਾਂ ਕੋਲੇ ਜਾਊਂਗਾ। ਤੁਸੀਂ ਇੰਜਰੀ ਦੇ ਮਾਹਿਰ ਹੋ। ਪਹਿਲੀ ਗੱਲ ਤਾਂ ਮੈਂ ਕਿ ਬੇਸਿਕ ਜਿਹੜਾ ਡਿਫਰੈਂਸ ਉਹ ਸਮਝਣਾ ਚਾਹੂੰਗਾ, ਇੰਜਰੀ ਤੇ ਸਪੋਰਟਸ ਇੰਜਰੀ ਦੇ ਵਿੱਚ ਕੀ ਫਰਕ ਹੈ? ਅੱਛਾ ਨਵਜੋਤ ਜੀ, ਜਿਹੜੀ ਇੰਜਰੀਜ਼ ਹੁੰਦੀਆਂ ਉਹ ਕਾਮਨ ਮੈਂ ਨਾਰਮਲ ਆਦਮੀ ਨੂੰ ਵੀ ਹੋ ਸਕਦੀ ਹੈ ਔਰ ਸਪੋਰਟਸਮੈਨ ਨੂੰ ਵੀ ਹੋ ਸਕਦੀ ਹੈ। ਜੇ ਕੋਈ ਹੱਡੀ ਟੁੱਟ ਜਾਵੇ ਤਾਂ ਉਹਨੂੰ ਫ੍ਰੈਕਚਰ ਕਹਿੰਦੇ ਨੇ, ਜੇ ਮਾਸ ਨੂੰ ਸੱਟ ਲੱਗ ਜਾਏ ਤਾਂ ਉਹਨੂੰ ਕਹਿੰਦੇ ਮਾਸ ਦੀ ਸੱਟ ਲੱਗੀ। ਬਟ ਮਾਸ ਵੀ ਕਈ ਪ੍ਰਕਾਰ ਦਾ ਹੁੰਦਾ ਨੇ ਸਾਡੀ ਬੋਡੀ 'ਚ। ਸਾਡੇ ਲਿਗਾਮੈਂਟਸ ਹੁੰਦੇ ਨੇ ਜਿਨ੍ਹਾਂ ਨੂੰ ਆਮ ਭਾਸ਼ਾ 'ਚ ਰੱਸੀਆਂ ਕਹਿੰਦੇ ਨੇ। ਜਿੱਦਾਂ ਕਿ ਪ੍ਰੀਵੀਅਸ ਪੈਨਲ ਸੀ ਕਿ ਉਹਨਾਂ ਨੇ ਕਿਹਾ ਕਿ ਯਾਰ ਗੋਡੇ 'ਚ ਇੱਕ ਬੜਾ ਇੰਪੋਰਟੈਂਟ ਲਿਗਾਮੈਂਟ ਹੁੰਦਾ ਹੈ ਜਿਹਨੂੰ ACL ਕਹਿੰਦੇ ਨੇ। ਜੋ ਟੁੱਟ ਜਾਵੇ ਤਾਂ ਉਹਦੇ ਕਰਕੇ ਗੋਡੇ 'ਚ ਲਚਕ ਆ ਜਾਂਦੀ ਹੈ ਔਰ ਉਹਦੇ ਕਰਕੇ ਦਿੱਕਤ ਆ ਸਕਦੀ ਹੈ। ਨਾਰਮਲ ਬੰਦਾ ਜਿਹੜਾ ਹੁੰਦਾ ਹੈ, ਪ੍ਰੋਬੇਬਲੀ ਜਿਹਦੀ ਲਾਈਫ ਸਟਾਈਲ ਬੜੀ ਸੈਡੈਂਟਰੀ ਹੈ, 9 to 5 ਦਾ ਜਿਹੜਾ ਜੋਬ ਹੈਗਾ, ਜਿਹਦਾ ਗੱਡੀ 'ਚ ਜਾਣਾ, ਆਫਿਸ 'ਚ ਬਹਿਣਾ ਔਰ ਵਾਪਸ ਆ ਜਾਣਾ, ਉਹ ਪ੍ਰੋਬੇਬਲੀ ਉਹਨੂੰ ਇਹ ਜਿਹੀ ਜਿਹੜੀ ਸੱਟਾਂ ਹੈਗੀ ਉਹ ਇੰਨੀ ਦਿੱਕਤ ਨਹੀਂ ਕਰੂੰਗੀ। ਬਟ ਜਿਹੜਾ ਐਥਲੀਟ ਹੈਗਾ, ਜਿਹੜਾ ਸਪੋਰਟਸਮੈਨ ਹੈਗਾ, ਜਿਹਦੀ ਡਿਮਾਂਡਸ ਬਹੁਤ ਜ਼ਿਆਦਾ ਹੁੰਦੀਆਂ ਆਪਣੀ ਬੋਡੀ ਦੇ ਉੱਪਰ, ਉਹਨਾਂ ਦੇ ਵਾਸਤੇ ਛੋਟੀ ਜਿਹੀ ਇੰਜਰੀ ਵੀ, ਜਿੱਦਾਂ ਕਿ ਕੋਈ ਸਿੰਪਲ ਜਿਹਾ ਸੌਫਟ ਟਿਸ਼ੂ ਇੰਜਰੀ ਵੀ ਹੋਵੇ, ਉਹ ਵੀ ਉਹਨਾਂ ਦੀ ਗੇਮ ਨੂੰ ਡਿਸਟਰਬ ਕਰ ਸਕਦਾ ਹੈਗਾ, ਉਹਨਾਂ ਦੀ ਪਰਫਾਰਮੈਂਸ ਨੂੰ ਅਫੈਕਟ ਕਰ ਸਕਦਾ। ਇਸੇ ਕਰਕੇ ਇਹ ਜਿਹੜੀ ਸਪੋਰਟਸ ਇੰਜਰੀ ਦਾ ਪੂਰਾ ਡਿਪਾਰਟਮੈਂਟ ਹੈਗਾ, ਜਿਹੜਾ ਪੂਰਾ ਸਬਜੈਕਟ ਹੈਗਾ, ਟੋਟਲੀ ਡਿਫਰੈਂਟ ਸਬਜੈਕਟ ਹੈਗਾ। ਈਵਨ ਦੋ ਸੱਟਾਂ ਦਾ
ਜਿਹੜੀ ਚੋਟਾਂ ਲੱਗਦੀਆਂ ਨੇ ਉਹ ਆਲਮੋਸਟ ਸੇਮ ਹੈਗੀਆਂ ਨੇ। ਕੋਈ ਨਾਰਮਲ ਬੰਦੇ ਨੂੰ ਵੀ ਲੱਗ ਸਕਦੀ ਹੈ ਬਟ ਐਥਲੀਟ ਨੂੰ ਲੱਗ ਸਕਦੀ ਹੈ, ਬਟ ਜਿਹੜੀ ਉਹਦੇ ਕੌਨਸੀਕੁਐਂਸਿਸ ਹੈਗੇ ਇੱਕ ਐਥਲੀਟ 'ਚ ਉਹ ਬਹੁਤ ਜ਼ਿਆਦਾ ਹੁੰਦੇ ਨੇ। ਇਸ ਕਰਕੇ ਸਪੋਰਟਸ ਇੰਜਰੀਜ਼ ਦਾ ਇੱਕ ਪੂਰਾ ਡਿਪਾਰਟਮੈਂਟ, ਇੱਕ ਪੂਰਾ ਸਬਜੈਕਟ ਹੀ ਅਲੱਗ ਹੈਗਾ। ਤਾਂ ਇਸੇ ਕਰਕੇ ਸਪੋਰਟਸ ਇੰਜਰੀਜ਼ ਬਿਲਕੁਲ ਇੰਜਰੀ ਨੂੰ ਲੈ ਕੇ ਆਪਾਂ ਹੋਰ ਗੱਲ ਵੀ ਕਰਾਂਗੇ। ਮੈਂ ਮਨੀਸ਼ ਹੋਰਾਂ ਨੂੰ ਵੀ ਜੋੜੂੰਗਾ। ਸਾਡੇ ਕੋਲੇ ਹਰ ਖੇਤਰ ਦੇ ਵਿੱਚ, ਹਰ ਖਿੱਤੇ ਦੇ ਵਿੱਚ, ਕਿੱਤੇ ਦੇ ਵਿੱਚ ਬਹੁਤ ਤਰ੍ਹਾਂ ਦੇ ਲੋਕ ਬੈਠੇ ਆ ਉਹ ਇੱਕੋ ਹੀ ਚੀਜ਼ ਨਾਲ ਕੰਮ ਕਰਨ ਲਈ। ਸਾਡੇ ਕੋਲੇ ਜੇਕਰ ਆਰਥੋ ਦੇ ਵਿੱਚ ਹੈਗੇ ਆ, ਜੇ ਸਾਡੇ ਕੋਲੇ ਕਹਿ ਲਈਏ ਕਿ ਹੋਮੋਪੈਥਿਕ ਵੀ ਹੈ, ਆਯੁਰਵੈਦਿਕ ਕਿੰਨੀ ਕੁ ਲਾਹੇਵੰਦ ਹੋ ਸਕਦੀ ਹੈ, ਕਿਉਂਕਿ ਵੇਦਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਜ਼ਿਕਰ ਹੈਗਾ। ਜਿਹੜੀਆਂ ਜੜੀਆਂ ਬੂਟੀਆਂ ਨੇ ਉਹਨਾਂ ਨੂੰ ਹੁਣ ਆਮ ਅੱਜ ਦੀ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਲੋਕ ਕਿੰਨਾ ਕੁ ਆਪਣੇ ਜਿਹੜੇ ਉਹਨਾਂ ਦਾ ਲਾਈਫ ਸਟਾਈਲ ਉਹਦੇ ਵਿੱਚ ਲੈ ਕੇ ਆਉਂਦੇ ਆ, ਉਹਦੇ ਵਿੱਚ ਉਹਨਾਂ ਨੂੰ ਸ਼ਮੂਲੀਅਤ ਦਰਜ ਕਰਾਉਂਦੇ ਆ, ਜਾਂ ਫਿਰ ਲੋਕ ਜ਼ਿਆਦਾ ਜਿਹੜਾ ਹੈਗਾ ਹੋਮੋਪੈਥਿਕ ਜਾਂ ਐਲੋਪੈਥੀ ਵੱਲ ਜਾ ਰਹੇ ਆ। ਤੁਹਾਡਾ ਕੀ ਇਹਦੇ ਉੱਤੇ ਮੰਨਣਾ? ਦੇਖੋ, ਅੱਜ ਦਾ ਵਿਸ਼ਾ ਹੈਗਾ ਆਪਾਂ ਸਪੋਰਟਸ ਦੇ ਖਿਡਾਰੀਆਂ ਨੂੰ ਸਨਮਾਨ ਵਾਸਤੇ ਇੱਥੇ ਇਕੱਠੇ ਹੋਏ ਹਾਂ। ਅਤੇ ਮੈਂ ਇਹ ਕਹਿਣਾ ਚਾਹਾਂਗਾ ਕਿ ਹੁਣ ਅਗਰ ਆਪਾਂ ਗੱਲ ਕਰਦੇ ਹਾਂ ਤਾਂ ਜਿਹੜੀ ਮਾਡਰਨ ਸਾਇੰਸ ਹੈ ਇਹ ਤਾਂ 150 ਸਾਲ ਪਹਿਲਾਂ ਹੀ ਅਸਤਿਤਵ 'ਚ ਆਈ ਹੈ। ਉਸ ਤੋਂ ਪਹਿਲਾਂ ਇੰਨੇ ਸਾਲ ਤੋਂ ਆਯੁਰਵੇਦ ਹੀ ਚੱਲਦਾ ਸੀ ਅਤੇ ਅੱਜ ਵੀ ਸਾਡੇ ਕੋਲ ਬਹੁਤ ਲੋਕ ਸੰਪਰਕ ਕਰਦੇ ਆ। ਸਾਡੇ ਕੋਲ ਆਯੁਰਵੇਦ ਦੇ ਅੰਦਰ ਜਿੰਨੀਆਂ ਵੀ ਹਰਬਸ ਨੇ, ਗਿਲੋਏ ਹੈ, ਅਸ਼ਵਗੰਧਾ ਹੈ, ਸ਼ਤਾਵਰ ਹੈ, ਇਹ ਸਾਰੇ ਖੂਨ ਨੂੰ ਪਤਲਾ ਕਰਨ ਵਾਸਤੇ, ਰਿਪੇਅਰਿੰਗ ਵਾਸਤੇ, ਹੀਲਿੰਗ ਵਾਸਤੇ ਬੜੀ ਅੱਛੇ ਲੈਵਲ 'ਤੇ ਯੂਜ਼ ਹੁੰਦੀਆਂ ਨੇ। ਸਾਨੂੰ ਵੀ ਲੋਕ ਕੰਟੈਕਟ ਕਰਦੇ ਆ ਕਿਉਂਕਿ ਬਈ ਮੈਨੂੰ ਇੰਨੇ ਮਹੀਨੇ ਹੋ ਗਏ ਇੰਜਰੀ ਹੋਏ ਨੂੰ, ਇਹ ਇੰਨੀ ਪ੍ਰੋਬਲਮ ਆ ਰਹੀ ਹੈ, ਜਾਂ ਮੈਂ ਜਦੋਂ ਜਿਮ ਕਰਨਾ ਤੇ ਮੈਨੂੰ ਪ੍ਰੋਟੀਨਸ ਖਾਣੇ ਪੈ ਰਹੇ ਆ। ਅਤੇ ਅਸੀਂ ਇੱਕ ਚੀਜ਼ ਨੋਟਿਸ ਵੀ ਕਰ ਰਹੇ ਹਾਂ ਕਿ ਜਦੋਂ ਇਹ ਖਿਡਾਰੀ ਖੇਡ ਛੱਡਦੇ ਹੈ ਉਸ ਤੋਂ ਬਾਅਦ ਕਿੰਨੇ ਲੋਕਾਂ ਦੀ ਪ੍ਰੋਬਲਮ ਆ ਰਹੀ ਹੈ। ਕਿਸੇ ਨੂੰ ਕਿਡਨੀ ਫੇਲ ਹੋ ਰਹੀ ਹੈ, ਕਿਸੇ ਨੂੰ BP ਹੋ ਰਿਹਾ, ਕਿਸੇ ਨੂੰ ਸ਼ੂਗਰ ਹੋ ਰਿਹਾ। ਅਤੇ ਮੈਂ ਤੁਹਾਡੇ ਮੰਚ ਦੇ ਮਾਧਿਅਮ ਦੇ ਦੇ ਮਾਧਿਅਮ ਤੋਂ ਇਹ ਕਹਿਣਾ ਚਾਹੂੰਗਾ ਕਿ ਜਦੋਂ ਵੀ ਖਿਡਾਰੀ ਖੇਲ ਰਹੇ ਹੈ ਜਾਂ ਜਦੋਂ ਵੀ ਉਹ ਆਪਣਾ ਕੈਰੀਅਰ ਬਣਾ ਰਹੇ ਹੈ, ਜਦੋਂ ਛੱਡ ਵੀ ਦੇਣ ਉਸ ਤੋਂ ਬਾਅਦ ਵੀ ਅਤੇ ਉਸ ਟਾਈਮ ਵੀ ਆਯੁਰਵੇਦ ਨੂੰ ਜ਼ਰੂਰ ਨਾਲ ਰੱਖੋ, ਤਾਂ ਕਿ ਤੁਸੀਂ ਭਵਿੱਖ 'ਚ ਵੀ ਅੱਜ ਤੁਸੀਂ ਬੁਲੰਦੀਆਂ ਛੂਓ, ਕੱਲ੍ਹ ਨੂੰ ਬਾਅਦ ਤੁਸੀਂ ਪ੍ਰੋਬਲਮਸ 'ਚ ਆਓ, ਤੁਸੀਂ ਉਸ ਤੋਂ ਪਹਿਲਾਂ ਹੀ ਆਯੁਰਵੇਦ ਨੂੰ ਨਾਲ ਯੂਜ਼ ਰੱਖੋ। ਅਤੇ ਮੈਂ ਤੁਹਾਡੇ ਮੰਚ ਦੇ ਮਾਧਿਅਮ ਤੋਂ ਮੇਰੀ ਤੁਹਾਡੇ ਐਡੀਟਰ ਸਾਹਿਬ ਨਾਲ ਵੀ ਗੱਲ ਹੋਈ ਹੈ ਕਿ ਜਿੰਨੇ ਵੀ ਖਿਡਾਰੀਆਂ ਨੇ ਇਸ ਓਲੰਪਿਕਸ ਦੇ ਵਿੱਚ ਗੋਲਡ, ਸਿਲਵਰ ਜਾਂ ਕਾਂਸੇ ਪਦਕ ਜੋ ਵੀ ਜਿੱਤਿਆ, ਸਾਡੀ ਸੰਸਥਾ ਵੱਲੋਂ ਉਹ ਜਦੋਂ ਤੱਕ ਚਾਹਣ ਸਾਡੀ ਪੂਰੀ ਸਪੋਰਟ ਲੈ ਸਕਦੇ ਹੈ। ਅਸੀਂ ਕੋਈ ਕਿਸੇ ਤਰ੍ਹਾਂ ਦੀ ਦਵਾਈਆਂ ਦੇ, ਫੂਡ ਸਪਲੀਮੈਂਟਸ ਦੇ, ਨਿਊਟ੍ਰੀਸ਼ਨ ਦੇ, ਆਯੁਰਵੇਦ ਦੇ ਕੋਈ ਪੇਮੈਂਟ ਨਹੀਂ ਲਵਾਂਗੇ ਆਪਾਂ ਨਾਲ। ਸਾਡੇ ਨਾਲ ਡਾਕਟਰ DPS ਖਰਬੰਦਾ ਸਪੋਰਟਸ ਡਾਇਰੈਕਟਰ ਪਹੁੰਚ ਚੁੱਕੇ, ਉਹਨਾਂ ਦਾ ਵੀ ਅਸੀਂ ਸਵਾਗਤ ਕਰਦੇ ਹਾਂ ਅਤੇ ਉਹ ਸਾਡੇ ਨਾਲ ਪਹੁੰਚੇ ਨੇ ਇਸ ਕਨਕਲੇਵ ਦੀ ਸ਼ਾਨ ਦੇ ਵਿੱਚ ਵਾਧਾ ਕਰਦੇ ਹੋਏ। ਗੁਰਬੀਰ ਜੀ, ਆਪਾਂ ਜਿਸ ਤਰੀਕੇ ਨਾਲ ਸਟ੍ਰੈਸ ਦੀ ਗੱਲ ਕਰ ਰਹੇ ਸੀਗੇ, ਇੱਕ ਬੱਚਾ ਮੈਦਾਨ ਦੇ ਅੰਦਰ ਹੈ, ਇੱਕ ਮੈਦਾਨ ਦੇ ਬਾਹਰ ਹੈ, ਪਰ ਮੇਰਾ ਮਤਲਬ ਸਵਾਲ ਸੀ, ਮੇਰਾ ਜਿਹੜਾ ਮੁਤਾਲਬਾ ਸੀ ਉਹ ਕਿ ਵੀ ਇਹ ਹੁਣ ਖਿਡਾਰੀਆਂ ਦੇ ਉੱਤੇ ਸਟ੍ਰੈਸ ਜਿਹੜਾ ਹੈ ਉਹ ਕਿਵੇਂ ਹਾਵੀ ਹੁੰਦਾ ਜਾ ਰਿਹਾ ਹੈ, ਡਿਪਰੈਸ਼ਨ ਉਹਨਾਂ ਦੇ ਉੱਤੇ ਕਿੱਦਾਂ ਵੱਧਦਾ? ਨਹੀਂ ਤਾਂ ਇਹ ਗੱਲ ਕਹੀ ਜਾਂਦੀ ਨਾ ਅਕਸਰ ਕਿ ਡਿਪਰੈਸ਼ਨ ਦਾ ਮਰੀਜ਼ ਹੋਵੇ ਜਾਂ ਸਟ੍ਰੈਸ ਲੈਂਦਾ, ਉਹਨੂੰ ਕਿਹਾ ਜਾਂਦਾ ਕਿ ਤੁਸੀਂ ਐਕਸਰਸਾਈਜ਼ ਕਰੋ, ਤੁਸੀਂ ਸੈਰ ਕਰੋ। ਉਹ ਤਾਂ ਆਲਰੇਡੀ ਉਹਨਾਂ ਚੀਜ਼ਾਂ ਦੇ ਵਿੱਚੋਂ ਲੰਘ ਰਿਹਾ ਹੈ ਅਤੇ ਉਹ ਵੀ ਅੱਜ ਇਹਨਾਂ ਚੀਜ਼ਾਂ ਦਾ ਸ਼ਿਕਾਰ ਹੋ ਰਿਹਾ। ਕੀ ਕਾਰਨ ਹੈ? ਇੱਕ ਤਾਂ ਬੇਸਿਕ ਚਲੋ ਸਟੀਰੋਇਡਸ ਹੋ ਸਕਦੇ ਆ, ਹੋਰ ਕੀ ਕਾਰਨ ਮੰਨਦੇ ਹੋ? ਇਹ ਬੜਾ ਇੰਪੋਰਟੈਂਟ ਇੱਕ ਸਵਾਲ ਹੈਗਾ ਕਿ ਅਸੀਂ ਜਿਹੜੀ ਖਿਡਾਰੀਆਂ ਦੇ ਵਿੱਚ ਸਟ੍ਰੈਸ ਹੈ, ਬਿਕੋਜ਼ ਬੇਸਿਕਲੀ ਅਸੀਂ ਵੀ ਕਿਉਂਕਿ ਕਾਰਡੀਓਲੋਜੀ ਦੇ ਤੌਰ 'ਤੇ, ਹਾਰਟ ਦੇ ਡਾਕਟਰ ਤੌਰ 'ਤੇ ਅਸੀਂ ਇਹ ਜਾਣਦੇ ਹਾਂ ਕਿ ਜਿਹੜਾ ਇੱਕ ਐਥਲੀਟ ਦਾ ਹਾਰਟ ਹੁੰਦਾ ਉਹ ਆਮ ਬੰਦੇ ਦੇ ਹਾਰਟ ਨਾਲੋਂ ਡਿਫਰੈਂਟ ਹੁੰਦਾ, ਬਿਕੋਜ਼ ਉਹਨਾਂ ਨੇ ਬੜੇ ਹੀ ਐਕਸਟ੍ਰੀਮ ਲੈਵਲ 'ਤੇ ਜਾ ਕੇ ਉਹਨਾਂ ਨੇ ਪਰਫਾਰਮੈਂਸ ਦੇਣੀ ਆਪਣੀ ਬੋਡੀ ਦੀ। ਤਾਂ ਕਈ ਵਾਰੀ ਜਦੋਂ ਉਹ ਇੰਨੀ ਮਿਹਨਤ, ਹਰ ਖਿਡਾਰੀ ਬਹੁਤ ਮਿਹਨਤ ਕਰਦਾ, ਜਦੋਂ ਮਿਹਨਤ ਕਰਕੇ ਉਸ ਤਰੀਕੇ ਦਾ ਕਿਉਂਕਿ ਇਹਦੇ ਵਿੱਚ ਮਹਾਰਾਜ ਦੀ ਕਿਰਪਾ, ਕਿਸਮਤ ਵੀ ਹੁੰਦੀ ਹੈ, ਕਿਸੇ ਵੇਲੇ ਨਹੀਂ ਆਪਣੀਆਂ ਪਰਫਾਰਮੈਂਸ ਤੱਕ ਪਹੁੰਚ ਸਕਦਾ ਜਾਂ ਉਸ ਤਰੀਕੇ ਨਾਲ ਨਹੀਂ ਕਰਦਾ, ਉਹ ਡਿਪਰੈਸ਼ਨ 'ਚ ਚਲੇ ਜਾਂਦੇ ਆ। ਸੋ ਮੇਰੇ ਹਿਸਾਬ ਦੇ ਨਾਲ ਇਹ ਜਿਹੜਾ ਡਿਪਰੈਸ਼ਨ ਹੈ, ਇਹਦੇ ਵਿੱਚ ਇਕੱਲਾ ਇੱਕ ਉਹਦਾ ਖਿਡਾਰੀ ਦਾ ਹੀ ਇੱਕ ਜ਼ਿੰਮੇਵਾਰੀ ਨਹੀਂ ਬਣਦੀ, ਨਾਲ ਦੇ ਜਿਹੜੇ ਡਾਕਟਰਸ, ਫਿਜ਼ੀਓਥੈਰੇਪਿਸਟ, ਉਹਨਾਂ ਦੇ ਕੋਚ, ਉਹਨਾਂ ਦੇ ਟੀਚਰ, ਸਾਰਿਆਂ ਨਾਲ ਹੀ ਇੱਕ ਟੀਮ ਬਣਾ ਕੇ, ਜਿਹੜੀ ਅੱਗੇ ਵੀ ਗੱਲ ਚੱਲ ਰਹੀ ਹੋਲਿਸਟਿਕ ਅਪਰੋਚ ਦੇ ਨਾਲ ਅਸੀਂ ਉਹਨਾਂ ਦੀ ਸਟ੍ਰੈਸ ਜਿਹੜੀ ਹੈਗੀ ਖਿਡਾਰੀਆਂ ਦੀ, ਉਹਨਾਂ ਨੂੰ ਦੂਰ ਕਰ ਸਕਦੇ ਹਾਂ। ਦੂਸਰੀ ਗੱਲ ਹੈ ਕਿ ਇਹ ਗੱਲ ਇਹਨਾਂ ਨੇ ਵੀ ਹੁਣੇ ਕਹੀ ਡਾਕਟਰ ਸਾਹਿਬ ਨੇ, ਤੇ ਮੈਂ ਉਹਨੂੰ ਦੁਬਾਰਾ ਅਪਰੋਚ ਤਾਂ ਕਰਨਾ ਚਾਹੂੰਗਾ ਕਿ ਕਈ ਵਾਰੀ ਆਪਣੀ ਪਰਫਾਰਮੈਂਸ ਐਨਹਾਂਸ ਕਰਨ ਦੇ ਲਈ ਅਸੀਂ ਖਿਡਾਰੀ ਜਿਹੜੇ ਆ ਸ਼ਾਰਟ ਟਰਮ ਗੇਨ ਦੇ ਲਈ ਆਪਣਾ ਲੌਂਗ ਟਰਮ ਨੁਕਸਾਨ ਕਰ ਲੈਂਦੇ ਆ। ਸੋ ਕਈ ਵਾਰੀ ਦੇਖਿਆ ਗਿਆ ਕਿ ਬਿਲਕੁਲ ਸਹੀ ਗੱਲ ਹੈ, ਜਦੋਂ ਰਿਟਾਇਰ ਹੋਣ ਦਾ ਥੋੜ੍ਹਾ ਟਾਈਮ ਆਉਣਾ, ਥੋੜ੍ਹਾ ਖੇਡ ਲੈਂਦੇ ਕਾਫੀ ਟਾਈਮ ਲਈ, ਉਸ ਤੋਂ ਬਾਅਦ ਫਿਰ ਸ਼ੂਗਰ, BP ਇੱਦਾਂ ਦੀਆਂ ਪ੍ਰੋਬਲਮਸ ਸ਼ੁਰੂ ਹੋ ਜਾਂਦੀਆਂ। ਸੋ ਮੇਰੀ ਵੀ ਇਹੀ ਸਲਾਹ ਹੈ ਸਾਰੇ ਖਿਡਾਰੀਆਂ ਨੂੰ ਕਿ ਆਪਣੇ ਸ਼ਾਰਟ ਟਰਮ ਗੇਨ ਲਈ ਆਪਣੀ ਆਉਣ ਵਾਲੀ ਲੌਂਗ ਟਰਮ ਜਿਹੜੀ ਲਾਈਫ ਹੈ ਉਹਨੂੰ ਖਰਾਬ ਨਾ ਕਰਨ, ਅਤੇ ਜਿਹੜਾ ਵੀ ਕਦਮ ਲੈਣ ਸੋਚ ਸਮਝ ਕੇ ਲੈਣ,
ਔਰ ਹਰ ਚੀਜ਼ ਬਾਰੇ ਗਿਆਨ ਰੱਖ ਕੇ, ਹਰ ਚੀਜ਼ ਬਾਰੇ, ਕਿਉਂਕਿ ਖਿਡਾਰੀ ਨੂੰ ਅੱਜ ਦੀ ਡੇਟ ਦੇ ਵਿੱਚ ਇਕੱਲਾ ਖੇਡ ਨਹੀਂ, ਆਪਣੀ ਹੈਲਥ ਦੇ ਬਾਰੇ ਜਾਣਨ ਲਈ ਹਰ ਤਰ੍ਹਾਂ ਦੀ ਉਹਨੂੰ ਨੌਲੇਜ ਚਾਹੀਦੀ ਹੈ, ਬਿਕੋਜ਼ ਕੰਪੀਟੀਸ਼ਨ ਬਹੁਤ ਜ਼ਿਆਦਾ ਹਾਈ ਲੈਵਲ 'ਤੇ ਚਲੇ ਗਏ। ਸੋ ਮੇਰਾ ਇਹੀ ਸਾਰਿਆਂ ਨੂੰ ਖਿਡਾਰੀਆਂ ਨੂੰ ਅਪੀਲ ਹੈ ਕਿ ਆਪਣੀ ਸਿਹਤ ਦਾ ਖਿਆਲ ਸਭ ਤੋਂ ਪਹਿਲੇ ਨੰਬਰ 'ਤੇ ਰੱਖਣ ਔਰ ਸੋਚਣ ਕਿ ਇਹ ਇੱਕ ਫੇਜ਼ ਹੈ, ਅਸੀਂ ਕੰਪੀਟੀਸ਼ਨ ਲੜਨੇ ਆ, ਅਸੀਂ ਜਿੱਤਣੇ ਆ, ਅਸੀਂ ਵਧੀਆ ਮੈਡਲ ਲੈਣੇ ਆ, ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਨਾ, ਪਰ ਉਹ ਤੋਂ ਬਾਅਦ ਇੱਕ ਅਸੀਂ ਅੱਛੀ ਲਾਈਫ ਵੀ ਜੀਣੀ ਹੈ। ਔਰ ਇਹ ਵੀ ਧਿਆਨ ਰੱਖਣਾ ਕਿ ਉਸ ਦੌਰਾਨ ਸਾਡੇ ਲਾਈਫ ਨੂੰ, ਸਾਡੀ ਬਾਡੀ ਨੂੰ, ਸਾਡੇ ਪਰਿਵਾਰ ਨੂੰ ਸਾਡੀ ਲੋੜ ਹੈ, ਉਹਦਾ ਵੀ ਉਹ ਧਿਆਨ ਰੱਖ ਕੇ ਚੱਲਣ। ਡਾਕਟਰ ਸਾਹਿਬ, ਇੰਜਰੀ ਦੀ ਜੇਕਰ ਆਪਾਂ ਗੱਲ ਕਰੀਏ, ਹੈ ਨਾ, ਖਿਡਾਰੀ ਦੇ ਲਈ ਸਭ ਤੋਂ ਵੱਡਾ ਇੱਕ ਕਹਿ ਲਿਓ ਕਿ ਉਹਦੇ ਕੈਰੀਅਰ ਦੇ ਵਿੱਚ ਇਹ ਇੱਕ ਦਰਦ ਵੀ ਬਣ ਕੇ ਰਹਿ ਜਾਂਦਾ ਹੈ, ਇੱਕ ਨਾਸੂਰ ਪੀੜਾ ਬਣ ਕੇ ਰਹਿ ਜਾਂਦਾ ਹੈ। ਕਿੰਨੀ ਕੁ ਸਾਡੀ ਇਸ ਦੇ ਵਿੱਚ ਡਾਕਟਰਾਂ ਨੇ ਤਰੱਕੀ ਕੀਤੀ ਹੈ ਕਿ ਹੁਣ ਇੰਜਰੀ ਤੋਂ ਖਿਡਾਰੀ ਨੂੰ ਕਿੰਨਾ ਕੁ ਘਬਰਾਉਣ ਜਾਂ ਨਾ ਘਬਰਾਉਣ ਦੀ ਜ਼ਰੂਰਤ ਹੈ, ਕਿਉਂਕਿ ਇੱਕ ਇੰਜਰੀ ਜਿਹੜੀ ਆ ਉਹਦੇ ਪੂਰੇ ਕੈਰੀਅਰ ਨੂੰ ਤਬਾਹ ਕਰ ਦਿੰਦੀ ਹੈ, ਤੇ ਉਸ ਦੇ ਵਿੱਚੋਂ ਕਿੰਨਾ ਸੌਖਿਆਂ ਤੇ ਕਿਹੜੀ ਚੀਜ਼ਾਂ ਦਾ ਪਰਹੇਜ਼ ਕਰਨ ਦੀ ਜ਼ਰੂਰਤ ਹੈ? ਅੱਜ ਕੱਲ ਨਵਜੋਤ ਜੀ ਇੱਦਾਂ ਹੈ ਕਿ ਪਹਿਲੇ ਹੁੰਦਾ ਸੀ ਕਿ ਮੈਂ ਤੇਰਾ ਇਲਾਜ ਕਰਾਂਗਾ, ਅੱਜ ਕੱਲ ਮੈਂ ਦੀ ਜਗ੍ਹਾ ਇਟਸ ਹਮ ਹੋ ਗਿਆ, ਹੁਣ ਇੱਕ ਟੀਮ ਅਪਰੋਚ ਆ ਗਈ ਹੋਈ ਹੈ। ਇਟ ਇਜ਼ ਨਾਟ ਜਸਟ ਦੈਟ ਸਪੋਰਟਸ ਫਿਜ਼ੀਸ਼ੀਅਨ, ਇੱਕ ਸਪੋਰਟਸ ਦਾ ਡਾਕਟਰ ਹੀ ਸਪੋਰਟਸ ਫਿਜ਼ੀਸ਼ੀਅਨ ਹੀ ਸਿਰਫ ਐਥਲੀਟ ਨੂੰ ਦੇਖਦਾ। ਦੇਰ ਇਜ਼ ਅ ਸਪੋਰਟਸ ਫਿਜ਼ੀਸ਼ੀਅਨ, ਦੇਰ ਇਜ਼ ਅ ਸਪੋਰਟਸ ਸਰਜਨ। ਜੇ ਤਾਂ ਉਹਨੂੰ ਸਰਜਰੀ ਦੀ ਲੋੜ ਹੁੰਦੀ ਹੈ ਤਾਂ ਅੱਜ ਕੱਲ ਐਡਵਾਂਸਿਸ ਇੰਨੀ ਹੋ ਗਈਆਂ ਕਿ ਜਿਹੜੇ ਆਪਰੇਸ਼ਨ ਪਹਿਲੇ ਪੂਰਾ ਕੱਟ ਕੇ, ਪੂਰਾ ਚੀਰ ਫਾੜ ਕਰਕੇ, ਜਿਹਨੂੰ ਓਪਨ ਕਨਵੈਨਸ਼ਨਲ ਸਰਜਰੀਜ਼ ਕਹਿੰਦੇ ਸੀ, ਅੱਜ ਕੱਲ ਉਹ ਰਿਪਲੇਸ ਹੋ ਗਈ ਨੇ। ਅੱਜ ਕੱਲ ਕੀ ਹੋਲ ਸਰਜਰੀਜ਼ ਆ ਗਈ, ਜਿਹਨੂੰ ਨੂੰ ਆਰਥਰੋਸਕੋਪੀ ਸਰਜਰੀਜ਼ ਕਹਿੰਦੇ ਨੇ। ਉਹਦੇ ਵਿੱਚ ਛੋਟੇ ਜਿਹੇ ਕੱਟਸ ਲਗਾਏ ਜਾਂਦੇ ਔਰ ਹਾਈ ਰੈਜ਼ੋਲੂਸ਼ਨ ਕੈਮਰਾਜ਼ ਇੰਟਰੋਡਿਊਸ ਕੀ ਜਾਂਦੇ ਜੋੜ ਦੇ ਅੰਦਰ, ਉਹਦੇ ਥਰੂ ਹੀ ਪੂਰਾ ਇਲਾਜ ਕਰ ਦਿਆ ਜਾਂਦਾ ਹੈ, ਜਿਹਦੇ ਵਿੱਚ ਇਨਫੈਕਸ਼ਨ ਹੋਣ ਦਾ ਖਤਰਾ ਬੜਾ ਘੱਟ ਹੈਗਾ, ਪੇਸ਼ੈਂਟ ਨੂੰ ਪੇਨ ਨਹੀਂ ਹੁੰਦੀ, ਪੇਸ਼ੈਂਟ ਨੂੰ ਪੋਸਟ ਆਪਰੇਸ਼ਨ ਤੋਂ ਬਾਅਦ ਦਵਾਈਆਂ ਖਾਣ ਦੀ ਲੋੜ ਵੀ ਘੱਟ ਹੋ ਜਾਂਦੀ ਹੈ ਔਰ ਪੇਸ਼ੈਂਟ ਦੀ ਰਿਹੈਬਿਲਿਟੇਸ਼ਨ ਵੀ ਫਾਸਟ ਹੋ ਜਾਂਦੀ ਹੈ। ਇਹ ਤਾਂ ਸਰਜੀਕਲ ਐਸਪੈਕਟ ਹੈ। ਬਟ ਇਵਨ ਇਫ ਅਗਰ ਸਰਜਰੀ ਦੀ ਵੀ ਨਾ ਲੋੜ ਹੋਏ ਔਰ ਪੇਸ਼ੈਂਟ ਨੂੰ ਸਿਰਫ ਐਕਸਰਸਾਈਜ਼ ਔਰ ਫਿਜ਼ੀਓਥੈਰੇਪੀ ਕਰਕੇ ਵੀ ਠੀਕ ਕਰਨਾ ਹੋਏ, ਤਾਂ ਉਹਦੇ ਵਾਸਤੇ ਹੁਣ ਇੱਕ ਪੂਰੀ ਟੀਮ ਅਪਰੋਚ ਆ ਗਈ ਹੋਈ ਹੈ, ਜਿਹਦੇ ਵਿੱਚ ਕਿ ਇੱਕ ਸਪੋਰਟਸ ਫਿਜ਼ੀਸ਼ੀਅਨ ਇਨਵੋਲਵਡ ਹੁੰਦਾ ਹੈ, ਐਥਲੀਟ ਦਾ ਕੋਚ ਇਨਵੋਲਵਡ ਹੁੰਦਾ ਹੈ, ਐਥਲੀਟ ਦਾ ਫਿਟਨੈਸ ਟ੍ਰੇਨਰ ਇਨਵੋਲਵਡ ਹੁੰਦਾ ਹੈ, ਐਥਲੀਟ ਦੀ ਡਾਈਟ ਵਾਸਤੇ ਉਹਦਾ ਨਿਊਟ੍ਰੀਸ਼ਨਿਸਟ ਇਨਵੋਲਵਡ ਹੁੰਦਾ ਹੈ। ਅੱਜ ਕੱਲ੍ਹ ਕਿਉਂਕਿ ਇਤਨੀ ਹਾਈ ਲੈਵਲ 'ਤੇ ਗੇਮਾਂ ਚੱਲ ਰਹੀਆਂ ਨੇ, ਉਹਦੇ ਕਰਕੇ ਸਟ੍ਰੈਸ ਇੰਨਾ ਜ਼ਿਆਦਾ ਹੁੰਦਾ। ਅੱਜ ਕੱਲ੍ਹ ਸਪੋਰਟਸ ਸਾਈਕੋਲੋਜਿਸਟ ਵੀ ਇੱਕ ਫੀਲਡ ਆ ਗਈ ਹੋਈ ਹੈ, ਜਿਹਦੇ ਕਰਕੇ ਸਪੋਰਟਸ ਸਾਈਕੋਲੋਜਿਸਟ ਦਾ ਵੀ ਬੜਾ ਰੋਲ ਹੁੰਦਾ ਹੈ। ਉਸ ਤੋਂ ਉੱਪਰ ਪੇਰੈਂਟਸ, ਜਿਹੜੇ ਐਥਲੀਟ ਦੇ ਪੇਰੈਂਟਸ ਹੈ, ਐਥਲੀਟ ਦਾ ਮੈਂਟਲ ਮੇਕਅਪ ਹੈ, ਇਹ ਸਭ ਚੀਜ਼ਾਂ ਬੜੀ ਜ਼ਰੂਰੀਆਂ ਨੇ। ਪੇਸ਼ੈਂਟ ਨੂੰ ਆਈ ਥਿੰਕ ਜਿਹੜੀ ਗੁਰਬੀਰ ਜੀ ਨਾਲ ਆਪਣੀ ਗੱਲ ਚੱਲ ਰਹੀ ਸੀ ਸਟ੍ਰੈਸ ਦੀ, ਸਪੋਰਟਸ ਸਾਈਕੋਲੋਜੀ ਉਹਦੇ ਵਿੱਚ ਮੇਰੇ ਖਿਆਲ ਨਾਲ ਕਾਫੀ ਵਧੀਆ ਰੋਲ ਅਦਾ ਕਰ ਸਕਦੀ है। जी बिल्कुल। तो ये सब चीज़ें नाउ इट्स बिकम अ टीम अप्रोच कि एक एथलीट को वापस अपनी गेम में ले जाने के लिए, क्योंकि कभी भी कोई चोट लगती है, एक एथलीट अपनी गेम से एक तरह से साइडलाइन हो जाता है, और साइडलाइन होना ही एक उसके लिए बहुत ही बड़ा एक मेंटल स्ट्रेस और एक बहुत मेंटल सेटबैक होता है। तो उसको एक तरह से प्रॉपर काउंसलिंग करना, उसकी रिहेबिलिटेशन करना, जब तक वो बॉडी की उसकी तैयार नहीं हो जाती वापस गेम में आने के लिए, उसको तब तक के लिए एक तरह से उसका न्यूट्रिशन को कंट्रोल में रखना, उसकी स्ट्रेंथ को कंजर्व करके रखना ताकि उसका शरीर ख़राब ना हो जाए। ये सब चीज़ें अब एक बहुत बड़ा है, जिसे कहते हैं टीम अप्रोच बन गई है, एंड इट इज़ नाउ एक एक्सेप्टेड फील्ड हो गई है एथलीट। मैं मनीष जी ਨੂੰ ਪੁੱਛਣਾ ਚਾਹੂੰਗਾ, ਤੁਸੀਂ ਕਿਹਾ ਸੀ ਕਿ ਵੀ ਆਯੁਰਵੈਦਿਕ ਨੂੰ ਨਾਲੋਂ ਨਾਲ ਸਾਡੀ ਜ਼ਿੰਦਗੀ ਦੇ ਇੱਕ ਪਾਰਟ ਬਣਾ ਕੇ ਰੱਖਣਾ ਚਾਹੀਦਾ ਹੈ। ਉਹ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਕਿ ਉਹਨਾਂ ਨੂੰ ਰੋਜ਼ਮਰਾ ਦੇ ਵਿੱਚ ਬਿਨਾਂ ਕਿਸੇ ਝਿਜਕ ਤੋਂ, ਬਿਨਾਂ ਕਿਸੇ ਡਰ ਖੌਫ ਤੋਂ, ਕਿਉਂਕਿ ਅੱਜ ਕੱਲ੍ਹ ਖਿਡਾਰੀਆਂ ਦੇ ਉੱਤੇ ਪਾਬੰਦੀਆਂ ਵੀ ਬਹੁਤ ਨੇ, ਠੀਕ ਹੈ, ਕਿਤੇ ਵਾਡਾ ਲੱਗੀ ਹੈ, ਕਿਤੇ ਕੋਈ ਡੋਪ ਟੈਸਟ ਕਰਨ ਲਈ ਟੀਮ ਬੈਠੀ ਹੈ, ਕੋਈ ਕਿਤੇ ਹੈ, ਕੋਈ ਕਿਤੇ ਹੈ, ਮਤਲਬ ਉਹ ਚੀਜ਼ਾਂ ਦਾ ਉਹ ਕਿਤੇ ਸ਼ਿਕਾਰ ਨਾ ਹੋ ਜਾਣ, ਕਿਉਂਕਿ ਇਹ ਚੀਜ਼ਾਂ ਵੀ ਉਹਨਾਂ ਦੇ ਲਾਈਫ ਦੇ ਉੱਤੇ, ਕੈਰੀਅਰ 'ਤੇ ਬਹੁਤ ਵੱਡਾ ਸੈਟਬੈਕ ਹੋ ਸਕਦੀਆਂ ਨੇ। ਕਿਉਂਕਿ ਸਾਡੇ ਘਰਾਂ ਦੇ ਵਿੱਚ, ਮੈਂ ਇੱਕ ਗੱਲ ਤਾਂ ਇਹ ਸਵਾਲ ਪੁੱਛਿਆ ਵੀ ਦੇਸੀ ਔਹੜ ਪੌਹੜ ਨੂੰ, ਜਿੱਦਾਂ ਦੇ ਪ੍ਰਵਿਰਤੀ ਦੇ ਜਿਸ ਖਿੱਤੇ ਦੇ ਧਰਤੀ ਦੇ ਆਪਾਂ ਲੋਕ ਹੈਗੇ ਆ, ਕਹਿੰਦੇ ਵੀ ਇਲਾਜ ਨਾਲੋਂ ਪਰਹੇਜ਼ ਚੰਗਾ। ਸੋ ਉਹ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਰੋਜ਼ਮਰਾ ਦੀ ਜ਼ਿੰਦਗੀ 'ਚ ਆਪਣੀ ਉਹ ਲਿਆ ਸਕਦੇ ਤੇ ਉਹਨਾਂ ਚੀਜ਼ਾਂ ਤੋਂ ਵੀ ਬਚ ਸਕਦੇ ਆ? ਦੇਖੋ, ਜੋ ਮੇਰਾ ਐਕਸਪੀਰੀਅੰਸ ਹੈਗਾ, ਜਦੋਂ ਖਿਲਾੜੀ ਪ੍ਰੈਕਟਿਸ ਕਰ ਰਿਹਾ ਹੁੰਦਾ ਹੈ, ਉਦੋਂ ਹੀ ਉਹਨੂੰ ਇੰਜਰੀ ਦੇ ਚਾਂਸ ਹੁੰਦੇ ਆ। ਅਗਰ ਉਹ ਡੇਲੀ ਆਪਣੀ ਡਾਈਟ ਦੇ ਵਿੱਚ ਸੂਰਜ ਡੁੱਬਣ ਤੋਂ ਬਾਅਦ ਜਿਹੜਾ ਖਾਣਾ ਹੈ ਉਹ ਲਗਭਗ 8 ਵਜੇ ਤੋਂ ਪਹਿਲੇ ਖਾਏ, ਤੇ ਡੇਲੀ ਹਲਦੀ ਤੇ ਗਿਲੋਏ ਅੱਧਾ ਚਮਚ ਰੈਗੂਲਰ ਰੂਟੀਨ ਵਿੱਚ ਯੂਜ਼ ਕਰੇ, ਲਗਭਗ 1 ਮਹੀਨਾ ਕਰ ਲਏ, ਫਿਰ 15 ਦਿਨ ਛੱਡ ਦੇਵੇ, ਉਹ ਜਿਹੜੀ ਛੋਟੀ ਮੋਟੀ ਇੰਜਰੀਜ਼ ਹੋਣਗੀਆਂ ਵੀ ਨਾ, ਉਹ ਵੱਡੀਆਂ ਨਹੀਂ ਬਣਨਗੀਆਂ। ਕਿਉਂਕਿ ਆਪਣੇ ਸ਼ਾਸਤਰਾਂ ਵਿੱਚ ਵੀ ਹਲਦੀ ਬਾਰੇ, ਕਰਕਿਊਮਿਨ ਬਾਰੇ, ਗਿਲੋਏ ਦੇ, ਸ਼ਤਾਵਰ ਦੇ ਬਾਰੇ ਸਭ ਲਿਖਿਆ ਹੋਇਆ ਕਿ ਇਹ ਬੋਡੀ ਨੂੰ ਹੀਲ ਕਰਦੀ ਹੈ, ਅੰਦਰੋਂ ਉਹਨਾਂ ਦੀ ਰਿਪੇਅਰਿੰਗ ਕਰਦੀ ਹੈ। ਜਿਵੇਂ ਇਹ ਆਪਣੇ ਟੀਅਰਸ ਦੀ ਗੱਲ ਕਰ ਰਹੇ, ਆਪਣੇ ਲਿਗਾਮੈਂਟਸ ਦੀ ਗੱਲ ਕਰ ਰਹੇ, ਇੰਜਰੀ ਆਪਣੇ ਆਪ ਹੀਲ ਹੋ ਜਾਂਦੀ ਹੈ। ਛੋਟੀ ਮੋਟੀ ਇੰਜਰੀ, ਜਿਵੇਂ ਅੱਜ ਬੋਡੀ ਨੇ ਥੋੜਾ ਜਿਹਾ ਸਪਰੇਨ ਲਿੱਤਾ, ਅਗਰ ਤੁਸੀਂ ਰਾਤੀ ਉਹਦੀ ਰੈਮੇਡੀ ਦੇਤੀ ਤੇ ਅਗਲੇ ਦਿਨ ਉਹ ਵੱਡਾ ਨਹੀਂ ਹੋਏਗਾ, ਅਗਲੇ ਦਿਨ ਉਹ ਤੁਹਾਨੂੰ ਤਕਲੀਫ ਨਹੀਂ ਦੇਗਾ। ਤੇ ਇਸ ਤਰ੍ਹਾਂ ਦੀ ਚੀਜ਼ਾਂ ਵਾਸਤੇ ਜਿਹਨੂੰ ਵੀ ਕਿਸੇ ਖਿਲਾੜੀ ਨੂੰ ਕੋਈ ਵੀ ਨੌਲੇਜ ਚਾਹੀਦੀ ਹੈ, ਕੋਈ ਵੀ ਸਾਡੇ ਕੋਲ ਸਲਾਹ ਚਾਹੀਦੀ ਹੈ, ਅਸੀਂ ਸਾਰੀ ਪ੍ਰੋਵਾਈਡ ਕਰ ਦਾਂਗੇ। ਮੈਂ ਉਹੀ ਤੁਹਾਨੂੰ ਪਹਿਲਾਂ ਵੀ ਕਹਿ ਰਿਹਾ ਸੀ ਕਿ ਅਸੀਂ ਵੀ ਚਾਹੁੰਦੇ ਹਾਂ ਕਿ ਜੋ ਐਕਚੁਅਲ
ਐਲੋਪੈਥੀ ਹੈ ਜਾਂ ਜੋ ਡਾਕਟਰਸ ਨਾਲ ਬੈਠੇ ਨੇ ਇੱਧਰ ਸਾਹਮਣੇ ਬੈਠੇ ਨੇ, ਇਹ ਵੀ ਆਪਣੇ ਕਲਾਇੰਟਸ ਨੂੰ ਤੇ ਆਪਣੇ ਸਪੋਰਟਸ ਪਰਸਨਸ ਨੂੰ ਨਾਲ ਨਾਲ ਆਯੁਰਵੇਦ ਸ਼ੁਰੂ ਕਰਾਉਣ, ਤਾਂ ਕਿ ਇਹ ਪ੍ਰੋਸੈਸ ਇਹਦਾ ਪਾਰਟ ਬਣ ਜਾਏ, ਤਾਂ ਕਿ ਇਹ ਇੰਜਰੀਜ਼ ਹੋਣ ਹੀ ਨਾ। ਰੇਅਰ ਕੇਸ ਵਿੱਚ ਹੋਏਗੀ ਉਦੋਂ ਫਿਰ ਮੈਂ ਡਾਕਟਰ ਸਾਹਿਬ ਨੂੰ solutions ਹੈਗੀ ਚਰਚਾ 'ਚ ਜੋੜੂੰਗਾ। ਅਖੀਰ ਦੇ ਵਿੱਚ ਇੱਕ ਛੋਟਾ ਜਿਹਾ ਸਵਾਲ ਹੈ ਵੀ ਜਿਹੜਾ ਉਹਨਾਂ ਦਾ ਸੁਝਾਅ ਹੈ, ਤੁਸੀਂ ਇਸ ਨੂੰ ਵਾਜਬ ਮੰਨਦੇ ਹੋ, ਸਾਰਥਕ ਹੋ ਸਕੇਗਾ ਇਹ? ਨਹੀਂ, ਮੈਂ ਕਹਿੰਦਾ ਇਹ ਸਾਰੇ ਪਾਸੇ ਹੀ ਬਿਲਕੁਲ ਵਧੀਆ ਸੁਝਾਅ ਆ। ਐਂਡ ਬਿਕੋਜ਼ ਸਾਡੀ ਮੇਨ ਏਮ ਤਾਂ ਹੈਗੀ ਕਿ ਸਾਡੇ ਸਪੋਰਟਸਮੈਨ ਹੈਲਦੀ ਤੋਂ ਹੈਲਦੀ ਰਹਿਣੇ ਚਾਹੀਦੇ ਤੇ ਗਾਂ ਤੋਂ ਗਾਂ ਸਾਡੇ ਦੇਸ਼ ਦਾ, ਸਾਡੀ ਕੌਮ ਦਾ ਨਾਮ ਹੋਰ ਰੋਸ਼ਨ ਕਰਨਾ ਚਾਹੀਦਾ। ਤਾਂ ਉਹਦੇ ਲਈ ਜੇ ਇੱਕ ਇੱਦਾਂ ਦੀ ਟੀਮ, ਵੈਸੇ ਵੀ ਅੱਜ ਕੱਲ੍ਹ ਮਲਟੀ ਡਿਸਪਲਿਨਰੀ ਟੀਮ ਦੀ ਅਪਰੋਚ ਹਰ ਬਿਮਾਰੀ, ਹਰ ਸੈਕਟਰ 'ਚ ਹੀ ਚੱਲ ਰਹੀ ਹੈ। ਤੋ ਮੇਰੇ ਹਿਸਾਬ ਦੇ ਨਾਲ ਇਹ ਵੀ ਇੱਕ ਬਹੁਤ ਵਧੀਆ ਸੁਝਾਅ ਹੈ। ਤੇ ਮੈਂ ਕਹੂੰਗਾ ਕਿ ਜਿੱਦਾਂ ਸਾਡੀ ਗਵਰਨਮੈਂਟ ਨੇ ਇੱਦਾਂ ਦੇ ਅੱਛੇ ਪ੍ਰੋਗਰਾਮ ਤੇ ਅੱਛਾ ਟਾਈਮ ਕੀਤਾ, ਤੇ ਇਹ ਵੀ ਇੱਕ ਕਰਨ ਨਾਲ ਤੇ ਬਹੁਤ ਵਧੀਆ ਗੱਲ ਹੋਏਗੀ। ਜੀ, ਤੁਹਾਡਾ ਧੰਨਵਾਦ, ਸ਼ੁਕਰੀਆ, ਤੁਸੀਂ ਇਸ ਚਰਚਾ ਦੇ ਵਿੱਚ ਜੁੜੇ, ਕੀਮਤੀ ਸੁਝਾਅ ਦਿੱਤੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।